ਦੇ ਮਹਾਨ ਪੁਰਸ਼, ਹਿੰਦ ਦੀ ਚਾਦਰ, ਸਿੱਖਾਂ ਦੇ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਅੱਜ ਦੇ ਦਿਨ 1675 ਈਸਵੀ ਨੂੰ ਦਿੱਲੀ ਵਿਖੇ ਸ਼ਹੀਦ ਹੋਏ। ਉਹਨਾਂ ਦੇ ਪ੍ਰੇਰਨਾ ਭਰੇ ਜੀਵਨ ਵਿੱਚੋਂ ਕੁਝ ਕਹਾਣੀ ਸੁਣਨ ਲਈ ਇਹ ਵੀਡੀਓ ਪੂਰੀ ਜ਼ਰੂਰ ਦੇਖਿਓ। ਜਨਮ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਜੀ ਦੇ ਘਰ ਮਾਤਾ ਨਾਨਕੀ ਦੇਵੀ ਜੀ ਦੇ ਕੁੱਖੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ 1 ਅਪ੍ਰੈਲ 1621 ਈਸਵੀ ਨੂੰ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ। ਇਹ ਖਬਰ ਸੁਣ ਕੇ ਗੁਰੂ ਜੀ ਆਪਣੇ 5 ਸਿੱਖਾਂ ਸਮੇਤ ਘਰ ਆਏ ਅਤੇ ਕਿਹਾ, ਸਾਡਾ ਇਹ ਪੁੱਤਰ ਸੂਰਬੀਰ ਬਲੀ ਦੇਗਾਂ ਦਾ ਦਾਨੀ ਹੋਵੇ, ਜਿਸ ਤੋਂ ਤੇਗ ਬਹਾਦਰ ਨਾਮ ਰੱਖਿਆ ਗਿਆ। ਸ਼ੁਰੂ ਤੋਂ ਹੀ ਸੰਤ ਪੂਰਨ, ਡੂੰਘੇ ਵਿਚਾਰਾਂ ਵਾਲੇ, ਤਿਆਗੀ, ਦਲੇਰ, ਧਾਰਮਿਕ ਰੁਚੀ ਵਾਲੇ, ਬਲਵਾਨ 5 ਸਾਲਾਂ ਦੀ ਉਮਰ ਵਿੱਚ ਹੀ ਕਈ ਘੰਟੇ ਤਪ ਵਿੱਚ ਲੱਗੇ ਰਹਿੰਦੇ ਅਤੇ ਬੁਲਾਉਣ ਜਾਂ ਹਿਲਾਉਣ 'ਤੇ ਨਾ ਹਲਦੇ, ਜਿਸ ਕਰਕੇ ਮਾਤਾ ਜੀ ਚਿੰਤਾ ਵਿੱਚ ਆ ਜਾਂਦੇ ਤਾਂ ਗੁਰੂ ਹਰਗੋਬਿੰਦ ਜੀ ਕਹਿੰਦੇ, ਇਹਨਾਂ ਨੇ ਅੱਗੇ ਜਾ ਕੇ ਬੜੇ ਕੰਮ ਕਰਨੇ ਹਨ ਤਾਂ ਹੁਣ ਤੋਂ ਹੀ ਤਿਆਰੀ ਕਰਨ ਲੱਗ ਪਏ। ਬਚਪਨ ਗੁਰੂ ਜੀ ਨੇ ਬਚਪਨ ਤੋਂ ਹੀ ਘੋੜਸਵਾਰੀ, ਪੜ੍ਹਾਈ ਸਿਖਲਾਈ, ਸ਼ਾਸਤਰ ਵਿੱਦਿਆ ਬੜੀ ਰੁਚੀ ਨਾਲ ਸਿੱਖਣੀ ਸ਼ੁਰੂ ਕੀਤੀ। ਗੁਰੂ ਜੀ ਦਾ ਵਿਆਹ ਕਰਤਾਰਪੁਰ ਸਾਹਿਬ ਜਲੰਧਰ ਦੇ ਨਿਵਾਸੀ ਲਾਲ ਚੰਦ ਦੀ ਸਪੁੱਤਰੀ ਗੁਜਰੀ ਜੀ ਨਾਲ ਹੋਇਆ, ਜਿਨ੍ਹਾਂ ਦੇ ਘਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ। ਸਾਦਾ ਜੀਵਨ ਗੁਰੂ ਜੀ ਦਾ ਬੜਾ ਹੀ ਸਾਦਾ, ਸੁਖੀ, ਮਨ ਸੰਸਾਰਾਂ ਦੇ ਲਾਲਚਾਂ ਅਤੇ ਮੂਹਾਂ ਝਗੜਿਆਂ ਤੋਂ ਦੂਰ ਦਾ ਜੀਵਨ ਦੀ ਝਲਕ ਇਸ ਤਰ੍ਹਾਂ ਤੋਂ ਹੀ ਪੈਂਦੀ ਹੈ ਕਿ ਜਦੋਂ ਗੁਰੂ ਹਰਗੋਬਿੰਦ ਜੀ ਦੀ ਜੋਤੀ ਜੋਤ ਸਮਾਏ ਤਾਂ ਉਸ ਸਮੇਂ ਆਪਣੇ ਭਤੀਜੇ ਹਰ ਰਾਏ ਜੀ ਨੂੰ ਗੁਰਗੱਦੀ 'ਤੇ ਬਿਠਾ ਗਏ ਅਤੇ ਗੁਰੂ ਜੀ ਨੇ ਕੋਈ ਰੋਸ, ਅਫਸੋਸ ਜਾਂ ਕੋਈ ਚਿੰਤਾ ਲਾਲਚ ਨਾ ਕੀਤੀ ਅਤੇ ਫਿਰ 7ਵੇਂ ਗੁਰੂ ਜੋਤੀ ਜੋਤ ਸਮਾਉਣ ਤੋਂ ਬਾਅਦ ਕੇਵਲ 5 ਸਾਲਾਂ ਦੇ ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਮਿਲ ਗਈ ਤਾਂ ਵੀ ਆਪ ਜੀ ਨੇ ਕੋਈ ਰੋਸ, ਪਰਿਵਰਤਨ ਜਾਂ ਕੋਈ ਵੀ ਲਾਲਚ ਨਾ ਕੀਤਾ, ਜਿਸ ਤੋਂ ਇਹ ਝਲਕ ਪ੍ਰਾਪਤ ਹੁੰਦੀ ਹੈ। ਗੁਰੂ ਜੀ ਦਾ ਬਕਾਲੇ ਜਾਣਾ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਆਪ ਆਪਣੀ ਮਾਤਾ ਨਾਲ ਆਪਣੇ ਨਾਨਕੇ ਬਕਾਲੇ ਵਿਖੇ 20 ਸਾਲ ਤੋਂ ਵੱਧ ਰਹੇ ਅਤੇ ਮਾਮੂਲੀ ਜੀਵਨ ਬਤੀਤ ਕਰਦੇ ਹੋਏ ਗੁਰੂ ਦੀ ਬਾਣੀ ਵਿੱਚ ਲਗਨ ਰਹਿੰਦੇ। ਜਿਵੇਂ ਲੱਗਦਾ ਸੀ ਕਿ ਆਪ ਧਰਮ ਨੂੰ ਅੱਗੇ ਜਾ ਕੇ ਸਖਤ ਹੋ ਕੇ ਹਿੰਦ ਦੀ ਚਾਦਰ ਬਣਨ ਲਈ ਤਿਆਰੀ ਹੀ ਕਰ ਰਹੇ ਹੋਵੋ। ਗੁਰਗੱਦੀ ਦਾ ਟਾਈਮ ਜਦੋਂ ਗੁਰੂ ਹਰਕ੍ਰਿਸ਼ਨ ਜੀ ਚੇਚਕ ਦੀ ਬਿਮਾਰੀ ਸਮੇਂ ਦਿੱਲੀ ਵਿਖੇ ਗਏ, ਆਪਣੇ ਭਗਤਾਂ ਦੀ ਚੇਚਕ ਦੀ ਬਿਮਾਰੀ ਆਪਣੇ ਉੱਤੇ ਲੈ ਕੇ ਜੋਤੀ ਜੋਤ ਸਮਾਉਣ ਸਮੇਂ ਸੰਗਤਾਂ ਨੂੰ ਇਹ ਬਚਨ ਦਿੱਤਾ ਕਿ ਬਾਬਾ ਬਕਾਲੇ ਹੈ। ਅਸਲ ਵਿੱਚ ਇਹ ਸ਼ਬਦ ਤਾਂ ਗੁਰੂ ਜੀ ਦੇ ਚੌਥੇ ਟਾਈਮ ਨਿਕਲੇ। ਪਹਿਲੇ ਸ਼ਬਦ ਸਨ ਕਿ ਸਾਡਾ ਬਾਬਾ ਲੱਗਦਾ ਹੈ ਤੇ ਉਹ ਇਸ ਸਮੇਂ ਬਕਾਲੇ ਰਹਿੰਦਾ ਹੈ। ਸੰਗਤਾਂ ਇਹ ਨਹੀਂ ਸਮਝ ਸਕੀਆਂ ਕਿ ਗੁਰੂ ਹਰਕ੍ਰਿਸ਼ਨ ਜੀ ਦੇ ਬਾਬਾ ਗੁਰੂ ਤੇਗ ਬਹਾਦਰ ਜੀ, ਪਰ ਸੰਗਤਾਂ ਇਹ ਸਮਝ ਗਈਆਂ ਕਿ ਅਗਲਾ ਗੁਰੂ ਬਕਾਲੇ ਹੈ। ਤਾਂ ਸਾਰੀਆਂ ਸੰਗਤਾਂ ਜਦੋਂ ਬਕਾਲੇ ਪੁੱਜੀਆਂ ਤਾਂ ਪਹਿਲਾਂ ਹੀ 22 ਮੰਜੀਆਂ 'ਤੇ ਸਥਾਪਿਤ ਆਪਣੇ ਆਪ ਨੂੰ ਗੁਰੂ ਮੰਨੇ ਬੈਠੇ ਸਨ। ਤਾਂ ਉਹਨਾਂ ਵਿੱਚੋਂ ਗੁਰੂ ਦੀ ਭਾਲ ਮੱਖਣ ਸ਼ਾਹ ਲਵਾਣਾ ਨੇ ਕੀਤੀ, ਜਿਸ ਤੋਂ ਆਪ ਚੰਗੀ ਤਰ੍ਹਾਂ ਜਾਣਦੇ ਹੀ ਹੋਵੋਗੇ, ਨਹੀਂ ਉਸ ਬਾਰੇ ਤਾਂ 10ਵੀਂ ਕਲਾਸ ਵਿੱਚ ਹੀ ਪੜ੍ਹਾ ਦਿੱਤਾ ਗਿਆ ਹੈ। ਅਤੇ ਉਸ ਤੋਂ ਬਾਅਦ ਗੁਰੂ ਜੀ ਸਿੱਖਾਂ ਦੇ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਭਾਲ ਹੋਈ। ਮੱਲ ਦਾ ਵਿਰੋਧ ਗੁਰੂ ਜੀ ਗੁਰਗੱਦੀ 'ਤੇ ਬੈਠੇ
ਤੇ ਸੰਗਤਾਂ ਦੇ ਉਤਸ਼ਾਹ ਅਤੇ ਕਾਰ ਸੇਵਾ ਚੜ੍ਹਾਵੇ ਮੱਥੇ ਟਿਕਦੇ ਦੇਖ ਕੇ ਧੀਰਮੱਲ ਦਾ ਮਨ ਈਰਖਾ ਵਿੱਚ ਆ ਗਿਆ ਤੇ ਗੁਰੂ ਜੀ ਨੂੰ ਮਸੰਦ ਸੀਹੇ ਦੇ ਹੱਥੋਂ ਅਤੇ ਹੋਰਾਂ ਬੰਦਿਆਂ ਨਾਲ ਮਿਲ ਕੇ ਗੁਰੂ ਜੀ ਨੂੰ ਗੋਲੀ ਮਾਰ ਦਿੱਤੀ ਅਤੇ ਸਾਰਾ ਸਮਾਨ ਲੁੱਟ ਕੇ ਲੈ ਗਿਆ। ਇਸ ਤੋਂ ਬਾਅਦ ਜਦੋਂ ਸਿੱਖਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਮੱਖਣ ਸ਼ਾਹ ਲਵਾਣਾ ਅਤੇ ਹੋਰ ਸਿੱਖਾਂ ਨੇ ਮਿਲ ਕੇ ਧੀਰਮੱਲ ਅਤੇ ਮਸੰਦ ਸੀਹੇ ਨੂੰ ਬਹੁਤ ਚੰਗੀ ਤਰ੍ਹਾਂ ਸਬਕ ਸਿਖਾਇਆ ਅਤੇ ਧੀਰਮੱਲ ਦਾ ਸਾਰਾ ਸਮਾਨ ਲੁੱਟ ਕੇ ਲੈ ਆਏ। ਪਰ ਗੁਰੂ ਜੀ ਨੂੰ ਜਦੋਂ ਇਹ ਖਬਰ ਪਤਾ ਲੱਗੀ ਤਾਂ ਧੀਰਮੱਲ ਦਾ ਤਾਂ ਸਾਰਾ ਸਮਾਨ ਵਾਪਸ ਕਰਵਾ ਦਿੱਤਾ। ਯਾਤਰਾਵਾਂ ਸ਼ੁਰੂ। ਗੁਰੂ ਜੀ ਗੁਰਗੱਦੀ 'ਤੇ ਬਿਰਾਜੇ ਕੁਝ ਮਹੀਨਿਆਂ ਬਾਅਦ ਬਕਾਲੇ ਵਿਖੇ ਉਪਦੇਸ਼ ਦੇਣ ਲੱਗ ਗਏ ਅਤੇ ਨੇੜੇ ਦੇ ਥਾਵਾਂ 'ਤੇ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ। ਸ਼੍ਰੀ ਤਰਨਤਾਰਨ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਦੇ ਦਰਸ਼ਨ ਕੀਤੇ ਤੇ ਮਾਘ ਦੇ ਮਹੀਨੇ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਪੁੱਜੇ। ਅੰਮ੍ਰਿਤਸਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕੀਤੇ ਅਤੇ ਦਰਬਾਰ ਸਾਹਿਬ ਵਿੱਚ ਦਰਸ਼ਨ ਕਰਨ ਲਈ ਗਏ ਤਾਂ ਮਸੰਦ ਪੁਜਾਰੀਆਂ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਵਾਜ਼ੇ ਬੰਦ ਕਰ ਦਿੱਤੇ। ਉਹਨਾਂ ਨੂੰ ਡਰ ਸੀ ਕਿਤੇ ਗੁਰੂ ਜੀ ਚੜ੍ਹਾਵੇ ਦਾ ਲੇਖਾ ਜੋਖਾ ਨਾ ਮੰਗਣ ਜਾਂ ਕਿਤੇ ਇੱਥੇ ਆ ਕੇ ਹੀ ਟਿਕ ਨਾ ਜਾਣ। ਪਰ ਗੁਰੂ ਜੀ ਬਾਹਰੋਂ ਹੀ ਮੱਥਾ ਟੇਕ ਕੇ ਮੁੜ ਗਏ ਤੇ ਅਕਾਲ ਤਖਤ ਦੇ ਸਾਹਮਣੇ ਬੇਰੀ ਹੇਠ ਆ ਕੇ ਬੈਠ ਗਏ, ਜਿਸ ਥਾਂ ਤੇ ਅੱਜ ਕੱਲ੍ਹ ਗੁਰਦੁਆਰਾ ਥੜਾ ਸਾਹਿਬ ਬੜਾ ਸੁੰਦਰ ਬਣਾਇਆ ਹੋਇਆ ਹੈ। ਇੱਥੋਂ ਵਾਪਸ ਬਕਾਲੇ ਵਿਖੇ ਨੂੰ ਤੁਰ ਪਏ ਅਤੇ ਰਸਤੇ ਵਿੱਚ ਅੰਮ੍ਰਿਤਸਰ ਸਾਹਿਬ ਮਾਲ ਮੰਡੀ ਲੱਗਦੀ ਹੈ, ਉਸ ਥਾਂ ਤੇ ਪਾਸ ਦਮ ਲਿਆ ਜਿੱਥੇ ਗੁਰਦੁਆਰਾ ਦਮਦਮਾ ਸਾਹਿਬ ਸਥਿਤ ਹੈ। ਉਸ ਪਿੱਛੋਂ ਪਿੰਡ ਦੇ ਕੁਝ ਸਿੱਖਾਂ ਨੇ ਇੱਕ ਮਾਈ ਦੇ ਘਰ ਬੜੇ ਸ਼ਰਧਾ ਨਾਲ ਉਹਨਾਂ ਦੇ ਕੋਠੇ ਵਿੱਚ ਬੜੇ ਪ੍ਰੇਮ ਨਾਲ ਆਪ ਜੀ ਦੀ ਸੇਵਾ ਕੀਤੀ ਅਤੇ ਜਿਸ ਥਾਂ ਤੇ ਅੱਜ ਕੱਲ੍ਹ ਗੁਰਦੁਆਰਾ ਕੋਠਾ ਸਾਹਿਬ ਹੈ, ਮਾਘੀ ਦੇ ਸਮੇਂ ਕੋਠੇ ਦਾ ਮੇਲਾ ਵੀ ਭਰਦਾ ਹੈ। ਗੁਰੂ ਜੀ ਬਕਾਲੇ ਪੁੱਜੇ ਤੇ ਉਹਨਾਂ ਨੂੰ ਸੋਢੀਆਂ ਨੇ ਬਹੁਤ ਮਾੜਾ ਵਿਰੋਧ ਕੀਤਾ ਅਤੇ ਆਪ ਵਿਰੋਧਾਂ ਦੇ ਖਿਲਾਫ ਸਨ। ਉਸ ਥਾਂ ਤੇ ਕੁਛ ਨਾ ਬੋਲੇ ਅਤੇ ਕੀਰਤਪੁਰ ਸਾਹਿਬ ਵਿਖੇ ਜਾ ਟਿਕਣ ਦਾ ਫੈਸਲਾ ਕੀਤਾ। ਇਸ ਥਾਂ ਤੇ ਵੀ ਧੀਰਮੱਲ ਜੀ ਦੇ ਬੰਦੇ ਔਖੇ ਹੋਣ ਲੱਗੇ। ਕੀਰਤਪੁਰ ਸਾਹਿਬ ਤੋਂ 5 ਕਿਲੋਮੀਟਰ ਦੂਰ ਸਤਲੁਜ ਨਦੀ ਦੇ ਕੰਢੇ ਤੇ ਨੈਣਾ ਦੇਵੀ ਪਹਾੜਾਂ ਦੇ ਕੋਲ ਅਨੰਦਪੁਰ ਸਾਹਿਬ ਦਾ ਵਸਾਇਆ ਨਗਰ ਅਤੇ ਉਸ ਥਾਂ ਤੇ ਰਹਿ ਕੇ ਸਭ ਦਾ ਭਲਾ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਜੀ ਬਹੁਤ ਯਾਤਰਾ ਕਰਦੇ ਹੋਏ ਹੌਲੀ ਹੌਲੀ ਭਿੱਖੀ ਸਾਹਿਬ ਤੋਂ ਖਿਆਲੇ ਫਿਰ ਮੌੜ ਮੰਡੀ ਗਏ ਅਤੇ ਦੋਹਾਂ ਥਾਵਾਂ ਤੇ ਪਾਣੀ ਦੀ ਥੋੜ ਦੂਰ ਕੀਤੀ ਖੂਹ ਲਗਵਾਏ ਗਏ। ਇਸ ਤੋਂ ਅਗਾਂਹ ਗੁਰੂ ਜੀ ਸਾਬੋ ਕੀ ਤਲਵੰਡੀ ਜਾ ਕੇ ਟਿਕੇ। ਉਸ ਥਾਂ ਤੇ ਗੁਰੂ ਸਰ ਸਰੋਵਰ ਦਾ ਟੱਕ ਲਗਵਾਇਆ ਅਤੇ ਤਲਵੰਡੀ ਸਾਹਿਬ ਤੋਂ ਧਰਮਪੁਰੇ ਆਦਿ ਨਗਰਾਂ ਵਿੱਚ ਲੋਕਾਂ ਦਾ ਬੜਾ ਪਿਆਰ ਅਤੇ ਸਤਿਕਾਰ ਮਿਲਿਆ। ਆਪ ਨੇ ਇਹਨਾਂ ਥਾਵਾਂ ਤੇ ਪਾਣੀ ਦੀਆਂ ਵਿਛਾਰਾਂ ਦਿੱਤੀਆਂ ਅਤੇ ਸੋਕੇ ਦੂਰ ਕੀਤੇ। ਇਸ ਤੋਂ ਬਾਅਦ ਆਪ ਜਾਂਦੇ ਹੋਏ ਆਪ ਜੀ ਦੇ ਕੋਲ 2 ਸੋਹਣੇ ਘੋੜੇ ਵੇਖ ਕੇ ਚੋਰ ਆਪ ਜੀ ਦੇ ਪਿੱਛੇ ਲੱਗ ਗਏ ਅਤੇ ਰਾਤ ਦੇ ਸਮੇਂ ਉਹਨਾਂ ਨੇ ਘੋੜਿਆਂ ਦੀ ਚੋਰੀ ਕਰਨੀ ਚਾਹੀ ਤਾਂ ਸੰਗਤਾਂ ਨੂੰ ਉਸ ਬਾਰੇ ਪਤਾ ਲੱਗ ਗਿਆ ਤਾਂ ਉਹਨਾਂ ਨੇ ਗੁਰੂ ਜੀ ਦੇ ਅੱਗੇ ਪੇਸ਼ ਹੋਏ ਅਤੇ ਗੁਰੂ ਜੀ ਦੇ ਬਚਨ ਸੁਣ ਕੇ ਬੜੇ ਪ੍ਰਭਾਵਿਤ ਹੋਏ। ਉਹਨਾਂ ਵਿੱਚੋਂ ਇੱਕ ਚੋਰ ਤਾਂ ਇੰਨਾ ਪ੍ਰਭਾਵਿਤ ਹੋਇਆ, ਆਪਣੇ ਇਸ ਜ਼ੁਲਮ ਤੋਂ ਤੰਗ ਆ ਕੇ ਦਰਖਤ ਦੇ ਉੱਪਰ ਚੜ੍ਹ ਕੇ ਟਾਹਣੀ ਇੱਕ ਤਿੱਖੀ ਕਰਕੇ ਆਪਣੇ ਢਿੱਡ ਵਿੱਚ ਮਾਰ ਕੇ ਮਰ ਗਿਆ ਅਤੇ ਉਸ ਥਾਂ ਤੇ ਸੂਲੀਸਰ ਸਾਹਿਬ ਗੁਰਦੁਆਰਾ ਸਥਾਪਿਤ ਹੋ ਗਿਆ। ਇਹ ਇਲਾਕੇ ਉਲ ਕੇ ਰਹਿਣਾ
ਪਾਣੀ ਦੀਆਂ ਥੋੜਾਂ ਦੂਰ ਕਰਨੀਆਂ ਅਤੇ ਇੱਕ ਹੋ ਕੇ ਉਪਦੇਸ਼ ਦਿੱਤੇ ਅਤੇ ਗੁਰੂ ਇੱਕ ਹੈ ਗੁਰੂ ਨਾਲ ਸਿੱਖ ਧਰਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਜਾਤਾਂ ਪਾਤਾਂ ਦੂਰ ਕੀਤੀਆਂ। ਉੱਥੋਂ ਦੀ ਹੁੰਦੇ ਹੋਏ ਜਦ ਆਪ ਪਟਨਾ ਸਾਹਿਬ ਦੇ ਨੇੜੇ ਗਏ ਤਾਂ ਉਸ ਸਮੇਂ ਹੀ ਦਸ਼ਮੇਸ਼ ਪਿਤਾ ਜੀ ਦਾ ਜਨਮ ਮਾਤਾ ਜੀ ਦੇ ਕੁੱਖੋਂ ਹੋਇਆ ਅਤੇ ਆਪ ਉਸ ਸਮੇਂ ਪਟਨਾ ਸਾਹਿਬ ਵਿਖੇ ਹੋਣ ਕਰਕੇ ਛੇਤੀ ਪੁੱਜੇ। 9 ਸਾਲ ਦੀ ਉਮਰ ਤੱਕ ਸੰਭਾਲ ਅਤੇ ਉਹਨਾਂ ਨੂੰ ਸ਼ਾਸਤਰ ਵਿੱਦਿਆ ਸਿਖਲਾਈ ਹੋਰ ਸਾਰੀਆਂ ਸੇਵਾ ਦੇਣ ਲਈ ਬਾਬਾ ਬੁੱਢਾ ਜੀ ਨਾਲ ਮੁਲਾਕਾਤਾਂ ਵੀ ਕੀਤੀਆਂ ਅਤੇ ਆਪ ਇੰਨਾ ਸਮਾਂ ਪਟਨਾ ਸਾਹਿਬ ਵਿਖੇ ਬਤੀਤ ਕੀਤਾ। ਕਸ਼ਮੀਰੀ ਪੰਡਤਾਂ ਦੀ ਪੁਕਾਰ। ਔਰੰਗਜ਼ੇਬ ਮੁਸਲਮਾਨਾਂ ਦੇ ਬਾਦਸ਼ਾਹ ਦੀ ਮਾੜੀ ਸੋਚ ਨੂੰ ਦੇਖਦੇ ਹੋਏ ਹਿੰਦੂ ਧਰਮ ਨੂੰ ਆਪਣੇ ਮੁਸਲਿਮ ਧਰਮ ਵਿੱਚ ਕਬੂਲ ਕਰਵਾਉਣ ਲਈ ਯਤਨ ਕੀਤੇ ਗਏ। ਔਰੰਗਜ਼ੇਬ ਸੋਚਦਾ ਸੀ ਕਿ ਜੇ ਹਿੰਦੂ ਮੁਸਲਿਮ ਬਣ ਗਏ ਤਾਂ ਹੋਰ ਕੋਈ ਵੀ ਵੱਡਾ ਧਰਮ ਨਹੀਂ ਰਹੇਗਾ ਅਤੇ ਕੇਵਲ ਮੁਸਲਿਮ ਹੀ ਰਹਿਣਗੇ। ਇਹ ਮਾੜੀ ਸੋਚ ਕਰਕੇ ਹਿੰਦੂਆਂ ਨੂੰ ਬਹੁਤ ਤੰਗ ਕੀਤਾ ਜਾਂਦਾ, ਉਹਨਾਂ 'ਤੇ ਜ਼ੁਲਮ ਕੀਤੇ ਜਾਂਦੇ। ਇਹ ਜ਼ੁਲਮ ਬਹੁਤ ਸਮੇਂ ਚੱਲਣ ਤੋਂ ਬਾਅਦ ਔਰੰਗਜ਼ੇਬ ਨੇ ਇਹ ਐਲਾਨ ਕੀਤਾ ਕਿ 6 ਮਹੀਨੇ ਤੱਕ ਇਸਲਾਮ ਧਰਮ ਕਬੂਲ ਕਰ ਲੈਣ, ਨਹੀਂ ਤਾਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਇਹ ਸੁਣ ਕੇ ਹਿੰਦੂ ਪੈਰੋਕਾਰ ਇਕੱਠੇ ਹੋਏ। ਹਿੰਦੂ ਪੈਰੋਕਾਰਾਂ ਨੇ ਫੈਸਲਾ ਕੀਤਾ ਕਿ ਹੁਣ ਤਾਂ ਗੁਰੂ ਤੇਗ ਬਹਾਦਰ ਜੀ ਹੀ ਸਹਾਇਤਾ ਕਰ ਸਕਦੇ ਹਨ। ਤਾਂ ਜਦੋਂ ਤੇਗ ਬਹਾਦਰ ਜੀ ਕੋਲ ਗਏ ਤਾਂ ਉਹਨਾਂ ਦੇ ਦਰਬਾਰ ਵਿੱਚ 9 ਸਾਲਾਂ ਦੇ ਗੁਰੂ ਗੋਬਿੰਦ ਸਿੰਘ ਜੀ ਆਏ ਅਤੇ ਪੁੱਛਣ ਲੱਗੇ, ਪਿਤਾ ਜੀ ਇਹ ਮਹਾਨ ਪੁਰਸ਼ ਕਿਉਂ ਇਕੱਠੇ ਹੋਏ ਹਨ ਥਾਂ 'ਤੇ, ਤਾਂ ਕੀ ਗੱਲ ਹੋਈ ਹੈ? ਤਾਂ ਗੁਰੂ ਜੀ ਨੇ ਸਾਰੀ ਗੱਲ ਦੱਸਦਿਆਂ ਕਿਹਾ ਕਿ ਇਹਨਾਂ ਨੂੰ ਮਹਾਨ ਬਲੀ ਆਤਮ ਉੱਤਮ ਪੁਰਸ਼ ਦੀ ਲੋੜ ਹੈ। ਇਹਨਾਂ ਦੀ ਮਦਦ ਲਈ ਤਾਂ ਕੋਈ ਮਹਾਨ ਪੁਰਸ਼ ਹੀ ਅੱਗੇ ਆ ਸਕਦਾ ਹੈ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਆਪ ਤੋਂ ਮਹਾਨ ਵਧੇਰੇ ਬਲੀ ਆਤਮ ਉੱਤਮ ਪੁਰਸ਼ ਇਸ ਸਮੇਂ ਕੌਣ ਹੈ? ਉਸ ਸਮੇਂ ਹੀ ਗੁਰੂ ਤੇਗ ਬਹਾਦਰ ਜੀ ਨੇ ਪੰਡਤਾਂ ਨੂੰ ਕਿਹਾ, ਆਪ ਜਾਓ ਤੇ ਸੂਬੇ ਨੂੰ ਕਹਿ ਦਿਓ ਸਾਡੇ ਧਰਮ ਦੇ ਆਗੂ ਹੁਣ ਗੁਰੂ ਤੇਗ ਬਹਾਦਰ ਜੀ ਹਨ, ਜੇ ਉਹਨਾਂ ਨੂੰ ਮਨਾ ਲਿਆ ਤਾਂ ਅਸੀਂ ਵੀ ਇਸਲਾਮ ਧਰਮ ਕਬੂਲ ਕਰ ਲਵਾਂਗੇ। ਗ੍ਰਿਫਤਾਰੀ। ਔਰੰਗਜ਼ੇਬ ਪਹਿਲਾਂ ਤੋਂ ਹੀ ਗੁਰੂ ਜੀ ਦੇ ਵੱਧ ਰਹੇ ਉਪਦੇਸ਼ਾਂ ਅਤੇ ਵੱਧ ਰਹੀ ਸੰਗਤ ਸਿੱਖ ਧਰਮ ਨਾਲ ਜੁੜਨ ਕਰਕੇ ਉਸ ਨੂੰ ਆਪਣੇ ਧਰਮ ਦਾ ਨੁਕਸਾਨ ਜਾਪ ਰਿਹਾ ਸੀ। ਤਾਂ ਔਰੰਗਜ਼ੇਬ ਨੇ ਉਸ ਸਮੇਂ ਹੀ ਆਪਣੀਆਂ ਫੌਜਾਂ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰਨ ਲਈ ਭੇਜਿਆ। ਤਾਂ ਗੁਰੂ ਜੀ ਤੇ ਬਹੁਤ ਸਾਰੇ ਕੰਮ ਹਜੇ ਪਏ ਹੋਏ ਸਨ, ਬਹੁਤ ਸਾਰੀਆਂ ਸੰਗਤਾਂ ਨੂੰ ਹਜੇ ਨਾਲ ਜੋੜਨਾ ਸੀ। ਤਾਂ ਉਸ ਸਮੇਂ ਗੁਰੂ ਜੀ ਕਿਸੇ ਵੀ ਥਾਂ 'ਤੇ ਗੁਰੂ ਜੀ ਸਾਰੇ ਕੰਮ ਪੂਰੇ ਕਰਕੇ ਆਪਣੇ ਨਾਲ ਜੁੜੇ ਸਿੱਖਾਂ ਨੂੰ ਪਿੱਛੇ ਛੱਡ ਕੇ ਕੇਵਲ 5 ਸਿੱਖਾਂ ਨਾਲ ਹੀ ਦਿੱਲੀ ਵਿਖੇ ਪੁੱਜੇ ਅਤੇ ਉੱਥੇ ਆ ਕੇ ਇੱਕ ਬੱਕਰੀਆਂ ਚਾਰ ਆਉਣ ਵਾਲੇ ਨੂੰ ਉਹਨਾਂ ਦੇ ਹੱਥੋਂ ਸੰਦੇਸ਼ ਭੇਜਣ ਲਈ ਆਪਣੇ ਲਈ ਕੁਝ ਮਠਿਆਈ ਲਿਆਉਣ ਲਈ ਕਿਹਾ ਅਤੇ ਆਪਣੇ ਮੋਢੇ ਤੋਂ ਇੱਕ ਚਾਦਰ ਲਾ ਕੇ ਦਿੱਤੀ, ਜੋ ਬਹੁਤ ਕੀਮਤੀ ਹੋਣ ਕਰਕੇ ਮਠਿਆਈ ਲੈਣ ਗਏ ਬੱਕਰੀਆਂ ਵਾਲੇ ਨੂੰ ਮਠਿਆਈ ਤਾਂ ਨਾ ਮਿਲੀ, ਸਗੋਂ ਉਸ ਨੂੰ ਗ੍ਰਿਫਤਾਰ ਕਰਕੇ ਔਰੰਗਜ਼ੇਬ ਦੀ ਕਚਹਿਰੀ ਵਿੱਚ ਲਿਜਾਇਆ ਗਿਆ, ਜਿੱਥੇ ਜਾ ਕੇ ਉਹਨਾਂ ਨੂੰ ਗੁਰੂ ਬਾਰੇ ਪਤਾ ਲੱਗਾ ਕਿ ਗੁਰੂ ਜੀ ਇਸ ਥਾਂ 'ਤੇ ਹਨ। ਉਹਨਾਂ ਸਮਾਂ ਗੁਰੂ ਤੇਗ ਬਹਾਦਰ ਜੀ ਬਾਗ ਵਿੱਚ ਹੀ ਰੁਕੇ ਰਹੇ
ਅਤੇ ਉੱਥੇ ਪਹੁੰਚ ਕੇ ਔਰੰਗਜ਼ੇਬ ਦੀ ਫੌਜ ਨੇ ਗੁਰੂ ਨੂੰ ਗ੍ਰਿਫਤਾਰ ਕੀਤਾ। ਔਰੰਗਜ਼ੇਬ ਉਸ ਸਮੇਂ ਦੀ ਗੈਰ ਮੌਜੂਦਗੀ ਵਿੱਚ ਮੁਸਲਮਾਨਾਂ ਨੇ ਗੁਰੂ ਜੀ ਨੂੰ ਤਸੀਹੇ ਦੇਣੇ, ਲਾਲਚ ਦੇਣੇ, ਇਸਲਾਮ ਧਰਮ ਕਬੂਲ ਕਰਨਾ ਅਤੇ ਕਿਹਾ ਤੈਨੂੰ ਵੱਡਾ ਰਾਜ ਮਿਲੇਗਾ, ਤੈਨੂੰ ਸੁੰਦਰ ਇਸਤਰੀਆਂ, ਹਰ ਇੱਕ ਤਰ੍ਹਾਂ ਦੀ ਸਹੂਲਤ ਮਿਲੇਗੀ। ਪਰ ਲਾਲਚਾਂ ਵਿੱਚ ਗੁਰੂ ਜੀ ਨਾ ਆਏ। ਅਖੀਰ ਵਾਰ ਉਹਨਾਂ ਨੇ ਪੁੱਛਿਆ ਕਿ ਇਹਨਾਂ ਵਿੱਚੋਂ ਇੱਕ ਕਬੂਲ ਕਰਨਾ ਹੋਵੇਗਾ। ਪਹਿਲਾ ਕੁਰਾਨ ਪੜ੍ਹੋ ਅਤੇ ਇਸਲਾਮ ਕਬੂਲ ਕਰੋ। ਦੂਜਾ ਆਪਣੇ ਕੌਤਬ ਵਿਖਾ ਦਿਓ। ਤੀਜਾ ਮੌਤ ਨੂੰ ਕਬੂਲ ਕਰੋ। ਗੁਰੂ ਜੀ ਨੇ ਇਹਨਾਂ ਦਾ ਉੱਤਰ ਕੀਤਾ ਅਤੇ ਕਿਹਾ ਇਸਲਾਮ ਕਬੂਲ ਨਾ ਕੀਤਾ। ਗੁਰੂ ਜੀ ਨੇ ਨਾ ਤਾਂ ਇਸਲਾਮ ਕਬੂਲ ਕੀਤਾ, ਨਾ ਕੌਤਕ ਵਿਖਾਏ, ਅਤੇ ਫਿਰ ਕਿਹਾ ਕੁਝ ਵੀ ਕਰ ਲਓ, ਸਾਨੂੰ ਇਹ ਮਨਜ਼ੂਰ ਨਹੀਂ ਹੈ। ਫਿਰ ਦਿੱਲੀ ਵਿਖੇ ਔਰੰਗਜ਼ੇਬ ਦੀ ਮੌਜੂਦਗੀ ਵਿੱਚ ਚਾਂਦਨੀ ਚੌਕ ਵਿਖੇ ਹਿੰਦੂ, ਮੁਸਲਿਮ ਅਤੇ ਸਿੱਖ ਮੌਜੂਦ ਹੋਣ। ਫਿਰ ਦਿੱਲੀ ਦੇ ਚਾਂਦਨੀ ਚੌਕ ਵਿਖੇ ਗੁਰੂ ਜੀ ਨੂੰ ਪਿੰਜਰੇ ਵਿੱਚ ਬੰਦ ਕਰਕੇ ਲਿਆਂਦਾ। ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਦੀ ਮੌਜੂਦਗੀ ਵਿੱਚ ਔਰੰਗਜ਼ੇਬ ਨੇ ਗੁਰੂ ਜੀ ਦਾ ਸੀਸ ਮੰਗਿਆ ਅਤੇ ਗੁਰੂ ਜੀ ਨੇ ਉਸ ਸਮੇਂ ਕਿਹਾ ਕਿ ਮੇਰਾ ਪਾਠ ਪੂਰਾ ਹੋਣ ਜਾਣ ਤੋਂ ਬਾਅਦ ਮੈਂ ਗੁਰੂ ਅੱਗੇ ਵਾਹਿਗੁਰੂ ਦਾ ਨਾਮ ਲੈਂਦੇ ਹੋਏ, ਚੜ੍ਹਦੀ ਕਲਾ ਕਰਦੇ ਹੋਏ ਸੀਸ ਝੁਕਾਵਾਂਗਾ ਤਾਂ ਮੇਰਾ ਸੀਸ ਧੜ ਤੋਂ ਅਲੱਗ ਕਰ ਦਿੱਤਾ ਜਾਵੇ। ਇਸ ਤਰ੍ਹਾਂ ਹੀ ਜਦੋਂ ਗੁਰੂ ਜੀ ਨੇ ਜਪਜੀ ਸਾਹਿਬ ਜੀ ਦੇ ਪਾਠ ਤੋਂ ਬਾਅਦ ਗੁਰੂ ਜੀ ਦੇ ਵਾਹਿਗੁਰੂ ਜੀ ਕਾ ਖਾਲਸਾ ਕਿਹਾ ਅਤੇ ਜੈਕਾਰਾ ਲਾਇਆ ਅਤੇ ਸੀਸ ਗੁਰੂ ਜੀ ਦੇ ਅੱਗੇ ਝੁਕਾਇਆ ਤਾਂ ਉਹਨਾਂ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ ਗਿਆ। ਬਾਕੀ ਸਿੱਖਾਂ ਨੂੰ ਉਸ ਸਮੇਂ ਹੀ ਸ਼ਹੀਦ ਕੀਤਾ ਗਿਆ। ਉਹਨਾਂ ਵਿੱਚੋਂ ਕੇਵਲ ਇੱਕ ਗੁਰਦਿੱਤ ਸਿੰਘ ਜੀ ਨੂੰ ਛੱਡ ਦਿੱਤਾ, ਜੋ ਬਾਅਦ ਵਿੱਚ ਦਿੱਲੀ ਦੇ ਬਾਹਰ ਜਾ ਕੇ ਅਕਾਲ ਚਲਾਣਾ ਕਰ ਗਏ। ਉਸ ਸਮੇਂ ਗੁਰੂ ਜੀ ਦਾ ਸੀਸ ਅਤੇ ਗੁਰੂ ਜੀ ਦੀ ਧੜ ਉਸ ਥਾਂ 'ਤੇ ਛੱਡ ਕੇ ਕਿਲ੍ਹਾਬੰਦੀ ਕਰਕੇ ਸਾਰੇ ਮੁਸਲਿਮ ਤੁਰ ਗਏ ਅਤੇ ਰਾਤ ਦੇ ਸਮੇਂ ਇੱਕ ਬਹਾਦਰ ਸਿੱਖ ਯੋਧਾ ਭਾਈ ਜੈਤਾ ਜੀ ਨੇ ਲੁਕ ਕੇ ਅਤੇ ਬਹਾਦਰੀ ਪੇਸ਼ ਕਰਦੇ ਹੋਏ ਗੁਰੂ ਜੀ ਦਾ ਸੀਸ ਲੈ ਕੇ ਗੁਰੂ ਗੋਬਿੰਦ ਜੀ ਸਿੰਘ ਕੋਲ ਪੁੱਜੇ। ਗੁਰੂ ਜੀ ਨੇ ਭਾਈ ਜੈਤਾ ਜੀ ਨੂੰ ਸੀਨੇ ਨਾਲ ਲਾ ਕੇ ਕਿਹਾ, ਰੰਗ ਰੇਟਾ ਗੁਰੂ ਕਾ ਬੇਟਾ। ਅਗਲੇ ਦਿਨ ਇੱਕ ਸਿੱਖ ਸ਼ਰਧਾਲੂ ਭਾਈ ਲੱਖੀ ਸ਼ਾਹ ਲਵਾਣਾ ਬੜੀ ਹੁਸ਼ਿਆਰੀ ਨਾਲ ਗੱਡੇ 'ਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਾਂਦਨੀ ਚੌਕ ਵਿਖੇ ਰਹਿ ਚੁੱਕੀ ਧੜ ਨੂੰ ਆਪਣੇ ਘਰ ਲਿਆਂਦਾ ਅਤੇ ਆਪਣੇ ਘਰ ਵਿੱਚ ਬੜੇ ਪਿਆਰ ਨਾਲ ਰੱਖ ਕੇ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ ਅਤੇ ਗੁਰੂ ਜੀ ਦੀ ਧੜ ਦਾ ਸੰਸਕਾਰ ਕੀਤਾ। ਇਹੀ ਕਾਰਨ ਸੀ ਕਿ ਇਹ ਸ਼ਰਧਾਲੂ ਗੁਰੂ ਹਰਗੋਬਿੰਦ ਜੀ ਤੋਂ ਇਹੀ ਕਾਰਨ ਸੀ ਕਿ ਇਹ ਸਾਰੇ ਸਿੱਖ ਸ਼ਰਧਾਲੂ ਗੁਰੂ ਤੇਗ ਬਹਾਦਰ ਜੀ ਤੋਂ ਬਹੁਤ ਪ੍ਰਭਾਵਿਤ ਹੋਏ ਸਨ ਅਤੇ ਆਪਣੇ ਧਰਮ ਲਈ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਗੁਰੂ ਦੀ ਸਹਾਇਤਾ ਕੀਤੀ ਸਨ। ਸਿੱਖ ਧਰਮ ਦੇ 9ਵੇਂ ਗੁਰੂ ਹਿੰਦ ਦੀ ਚਾਦਰ ਜੋ ਦੂਜੇ ਧਰਮਾਂ ਲਈ ਆਪਣਾ ਸੀਸ ਵਾਰ ਦਿੱਤਾ। ਸਾਨੂੰ ਮਾਣ ਹੋਣਾ ਚਾਹੀਦਾ ਇਹ ਸਿੱਖ ਧਰਮ 'ਤੇ ਜੋ ਇਸ ਤਰ੍ਹਾਂ ਦੇ ਬਲਵਾਨ ਸੂਰਬੀਰ ਯੋਧੇ ਸਾਡੇ ਗੁਰੂ ਹੋਏ। ਹਿਸਟਰੀਆਂ ਅਤੇ ਉਹਨਾਂ ਪ੍ਰਤੀ ਹੋਰ ਜਾਣਕਾਰੀ ਲੈਣ ਲਈ, ਸਿੱਖ ਧਰਮ ਨਾਲ ਜੁੜੇ ਰਹਿਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਹ ਸੱਚੀ ਘਟਨਾ ਤੁਹਾਨੂੰ ਕਿੱਦਾਂ ਲੱਗੀ ਅਤੇ ਹੋਰ ਸੁਣਨ ਲਈ ਵੀ ਕਮੈਂਟ ਵਿੱਚ ਦੱਸਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।